ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੈਪਿੰਗ ਪ੍ਰੋਸੈਸ ਐਂਡ ਇਟਸ ਐਪਲੀਕੇਸ਼ਨਸ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਲੈਪਿੰਗ ਪ੍ਰੋਸੈਸ ਕੀ ਚੀਜ਼ ਹੈ, ਕਿੱਥੇ ਯੂਜ਼ ਹੁੰਦੀ ਹੈ ਔਰ ਇਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਅਚੀਵ ਕਰਦੇ ਹਾਂ। ਸੋ ਲੈਪਿੰਗ ਨੂੰ ਸਮਝਣ ਦੇ ਲਈ ਅਸੀਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਾਂਗੇ। ਪਹਿਲਾਂ ਅਸੀਂ ਆਪਣੇ ਦੋਨਾਂ ਹੱਥਾਂ ਨੂੰ ਇਕੱਠਾ ਕਰ ਲਈਏ, ਹਲਕਾ ਹਲਕਾ ਰਗੜਨਾ ਸਟਾਰਟ ਕਰੀਏ ਇਸ ਤਰੀਕੇ ਦੇ ਨਾਲ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਥੋੜਾ ਜਿਹਾ ਅਸੀਂ ਇਸ ਤੇ ਹੋਰ ਪ੍ਰੈਸ਼ਰ ਪਾਉਣਾ ਸਟਾਰਟ ਕਰੀਏ ਆਪਣੀ ਪੂਰੇ ਬਾਜੂਆਂ ਦੇ ਥਰੂ। ਜਿਵੇਂ ਜਿਵੇਂ ਅਸੀਂ ਪ੍ਰੈਸ਼ਰ ਪਾਉਂਦੇ ਜਾਵਾਂਗੇ ਨਾਲ ਨਾਲ ਥੋੜੀ ਥੋੜੀ ਸਪੀਡ ਵਧਾਉਂਦੇ ਜਾਈਏ ਤਾਂ ਦੇਖਾਂਗੇ ਕਿ ਸਾਡੇ ਹੱਥਾਂ ਦੇ ਵਿੱਚੋਂ ਹੌਲੀ ਹੌਲੀ ਸੇਕ ਨਿਕਲਣ ਲੱਗ ਗਿਆ। ਸੋ ਕੁਝ ਲੈਪਿੰਗ ਪ੍ਰੋਸੈਸ ਦੇ ਅੰਦਰ ਵੀ ਅਸੀਂ ਇਸੇ ਤਰੀਕੇ ਦੇ ਨਾਲ ਹੀ ਕੰਮ ਕਰਵਾਉਂਦੇ ਹਾਂ, ਜਿਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ, ਇੱਕ ਸੌਫਟ ਮਟੀਰੀਅਲ ਦੇ ਲੈਪ ਨੂੰ ਕਿਸੇ ਵਰਕ ਪੀਸ ਦੇ ਉੱਤੇ ਅਸੀਂ ਰਬ ਕਰਵਾਉਣਾ ਹੈ ਔਰ ਉਹਨਾਂ ਦੇ ਇੰਟਰਫੇਸ ਦੇ ਇਨ ਬਿਟਵੀਨ ਸਾਡੇ ਕੋਲ ਕੁਝ ਐਬਰੈਸਿਵ ਪਾਰਟੀਕਲਸ ਹੋਣਗੇ ਜੋ ਲੂਜ਼ਲੀ ਪਏ ਹੋਣਗੇ। ਲੈਪਿੰਗ ਪ੍ਰੋਸੈਸ ਇੱਕ ਸਰਫੇਸ ਫਿਨਿਸ਼ਿੰਗ ਪ੍ਰੋਸੈਸ ਹੈ, ਜਿਹਦੇ ਵਿੱਚ ਅਸੀਂ ਜਦੋਂ ਦੋ ਮਟੀਰੀਅਲਸ ਨੂੰ ਆਪਸ ਦੇ ਵਿੱਚ ਰਬ ਕਰਦੇ ਹਾਂ ਤਾਂ ਉਸ ਜਗ੍ਹਾ ਤੇ ਇੱਕ ਸੌਫਟ ਮਟੀਰੀਅਲ ਹੋਊਗਾ, ਇੱਕ ਹਾਰਡ ਮਟੀਰੀਅਲ ਹੋਊਗਾ। ਉੱਥੇ ਐਬਰੈਸਿਵ ਐਕਸ਼ਨ ਦੇ ਥਰੂ ਸਾਡੇ ਕੋਲ ਕੁਝ ਫਿਨਿਸ਼ਿੰਗ ਸਾਹਮਣੇ ਆਊਗੀ। ਸੋ ਇਸ ਪ੍ਰੋਸੈਸ ਨੂੰ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਸਾਡੇ ਕੋਲ ਰਫਨੈਸ ਨੂੰ ਅਸੀਂ ਕਾਫੀ ਹੱਦ ਤੱਕ ਡਿਕਰੀਜ਼ ਕਰਨਾ ਹੋਵੇ, ਜਿੱਥੇ ਮਸ਼ੀਨਿੰਗ ਕਰਨ ਤੋਂ ਬਾਅਦ ਸਾਡੇ ਕੋਲ ਕੁਝ ਫਿਰ ਵੀ ਹਲਕੀ ਫੁਲਕੀ ਰਫਨੈਸ ਵੈਲਿਊ ਰਹਿ ਜਾਂਦੀ ਹੈ। ਅਗਰ ਕਿਸੇ ਵੀ ਮਟੀਰੀਅਲ ਨੂੰ ਅਸੀਂ ਮਾਈਕਰੋਸਕੋਪ ਦੇ ਅੰਦਰ ਚੈੱਕ ਕਰਾਂਗੇ ਤਾਂ ਸਾਨੂੰ ਸਾਫ਼ ਤੌਰ ਤੇ ਨਜ਼ਰ ਆਏਗਾ ਕਿ ਜੋ ਸਾਡੇ ਕੋਲ ਸਟਰਕਚਰ ਸਾਹਮਣੇ ਆ ਰਿਹਾ ਉਹ ਕੁਝ ਇਸ ਤਰੀਕੇ ਦਾ ਹੋਏਗਾ ਕਿ ਉਹ ਸਟਰਕਚਰ ਦੇ ਅੰਦਰ ਵੀ ਕੁਝ ਰਫਨੈਸ ਵੈਲਿਊਜ਼ ਹੋਣਗੀਆਂ, ਜਿਹਦੇ ਵਿੱਚ ਕੁਝ ਵੈਲੀਜ਼ ਤੇ ਕੁਝ ਸਾਡੇ ਕੋਲ ਹਾਈ ਪੀਕ ਵੈਲਿਊਜ਼ ਹੋਣਗੀਆਂ। ਔਰ ਰਫਨੈਸ ਜਿਹੜੀ ਇਹ ਹੈ ਇਸ ਨੂੰ ਅਸੀਂ ਘਟਾਉਣਾ ਹੈ ਔਰ ਇਸ ਨੂੰ ਘਟਾਉਣ ਦੇ ਲਈ ਹਾਈ ਸਰਫੇਸ ਫਿਨਿਸ਼ ਅਚੀਵ ਕਰਨ ਦੇ ਲਈ ਅਸੀਂ ਲੈਪਿੰਗ ਪ੍ਰੋਸੈਸ ਦਾ ਯੂਜ਼ ਕਰਦੇ ਹਾਂ। ਤਾਂ ਲੈਪਿੰਗ ਕਰਨ ਤੋਂ ਬਾਅਦ ਸਾਡੇ ਕੋਲ ਉਸੇ ਹੀ ਸਰਫੇਸ ਦਾ ਕੁਝ ਸਟਰਕਚਰ ਇਸ ਤਰੀਕੇ ਨਾਲ ਆ ਜਾਏਗਾ ਕਿ ਜੋ ਰਫਨੈਸ ਵੈਲਿਊ ਸੀ ਉਹ ਕਾਫੀ ਹੱਦ ਤੱਕ ਘਟ ਗਈ ਹੈ। ਸੋ ਇਹ ਚੀਜ਼ ਅਸੀਂ ਉੱਥੇ ਯੂਜ਼ ਕਰਦੇ ਹਾਂ ਲੈਪਿੰਗ ਦਾ ਪ੍ਰੋਸੈਸ ਜਿੱਥੇ ਸਾਨੂੰ ਹਾਇਰ ਐਕੂਰੇਸੀ ਚਾਹੀਦੀ ਹੈ, ਜਿੱਥੇ ਸਰਫੇਸ ਫਿਨਿਸ਼ ਸਾਨੂੰ ਬਹੁਤ ਜ਼ਿਆਦਾ ਹਾਈ ਚਾਹੀਦੀ ਹੈ। ਬੇਸਿਕਲੀ ਜਿੱਥੇ ਅਸੀਂ ਦੋ ਕੰਪੋਨੈਂਟਸ ਨੂੰ ਆਪਸ ਦੇ ਵਿੱਚ ਮੇਟ ਕਰਵਾਉਣਾ ਹੈ, ਜਿੱਥੇ ਉਹਨਾਂ ਦਾ ਜਿਹੜੀ ਫਿਟ ਬਣਨੀ ਹੈ। ਜਿਵੇਂ ਕਿ ਸਾਡੇ ਕੋਲ ਅਸੀਂ ਗੱਲ ਕਰ ਲਈਏ ਕਿ ਦੋ ਸਰਫੇਸਿਸ ਨੇ, ਉਹਨਾਂ ਨੂੰ ਅਸੀਂ ਜਦੋਂ ਆਪਸ ਦੇ ਵਿੱਚ ਮੇਟ ਕਰਾਉਣਾ ਹੈ ਉਸ ਜਗ੍ਹਾ ਤੇ ਸਾਨੂੰ ਉਹਨਾਂ ਦੇ ਵਿੱਚ ਜੋ ਕਲੀਅਰੈਂਸ ਹੈ ਉਹ ਬਿਲਕੁਲ ਨਹੀਂ ਚਾਹੀਦੀ, ਉਹ ਟਾਈਟ ਫਿਟ ਚਾਹੀਦੀ ਹੈ ਬਿਲਕੁਲ। ਤਾਂ ਉਸ ਜਗ੍ਹਾ ਤੇ ਅਸੀਂ ਇਸ ਤਰੀਕੇ ਦਾ ਲੈਪਿੰਗ ਦਾ ਆਪਰੇਸ਼ਨ ਕਰਵਾਉਂਦੇ ਹਾਂ। ਸੋ ਨਾਓ ਥੋੜਾ ਜਿਹਾ ਡਾਇਗਰਾਮ ਨੂੰ ਸਮਝਦੇ ਹਾਂ ਜੀ। ਇਹ ਨੀਚੇ ਤੁਸੀਂ ਦੇਖ ਰਹੇ ਹੋ, ਇਹ ਸਾਡਾ ਵਰਕ ਪੀਸ ਹੈ। ਵਰਕ ਪੀਸ ਦੇ ਤੁਸੀਂ ਅਪਰ ਸਰਫੇਸ ਨੂੰ ਈਜ਼ੀਲੀ ਦੇਖ ਪਾ ਰਹੇ ਹੋ ਕਿ ਇਸ ਸਰਫੇਸ ਨੂੰ ਅਸੀਂ ਜੇ ਧਿਆਨ ਨਾਲ ਦੇਖੀਏ ਤਾਂ ਕੁਝ ਇਰੈਗੂਲਰਿਟੀਜ਼ ਨੇ ਔਰ ਇਹ ਇਰੈਗੂਲਰਿਟੀਜ਼ ਨੂੰ ਹੀ ਅਸੀਂ ਰਿਮੂਵ ਕਰਨਾ ਹੈ, ਇਸ ਰਫਨੈਸ ਵੈਲਿਊਜ਼ ਨੂੰ ਅਸੀਂ ਸਮੂਥ ਕਰਨਾ ਹੈ। ਸੋ ਉੱਤੇ ਜੋ ਅਸੀਂ ਲੈਪ ਲਿਆ ਹੈ ਇਹ ਸਾਡੇ ਕੋਲ ਲੈਪਿੰਗ ਪ੍ਰੋਸੈਸ ਦੇ ਥਰੂ ਲੈਪ ਜੋ ਹੋਏਗਾ ਸੌਫਟ ਮਟੀਰੀਅਲ ਹੋਏਗਾ ਔਰ ਉਹਦੇ ਵਿੱਚ ਅਸੀਂ ਜੋ ਅਬਰੈਸਿਵ ਪਾਰਟੀਕਲਸ ਲੈਣੇ ਹਨ, ਸਟਾਰਟਿੰਗ ਦੇ ਵਿੱਚ ਅਸੀਂ ਲੂਜ਼ ਅਬਰੈਸਿਵਸ ਲਵਾਂਗੇ। ਤਾਂ ਉਸ ਤੋਂ ਬਾਅਦ ਜਿਵੇਂ ਹੀ ਆਪਾਂ ਲੈਪ ਨੂੰ ਉੱਤੇ ਹਲਕਾ ਹਲਕਾ ਰਬ ਕਰਨਾ ਸਟਾਰਟ ਕਰਵਾਵਾਂਗੇ ਤਾਂ ਕੀ ਹੋਏਗਾ ਕਿ ਜਿਹੜੇ ਸੌਫਟ ਮਟੀਰੀਅਲ ਹੋਏਗਾ, ਅਬਰੈਸਿਵ ਪਾਰਟੀਕਲਸ ਹਾਰਡ ਹੁੰਦੇ ਨੇ, ਉਹ ਹੌਲੀ ਹੌਲੀ ਉਹਦੇ ਵਿੱਚ ਸਟਿਕ ਕਰ ਜਾਣਗੇ। ਔਰ ਜਿਵੇਂ ਹੀ ਪਾਰਟੀਕਲਸ ਉਹਦੇ ਅੰਦਰ ਸਟਿਕ ਕਰ ਗਏ ਤਾਂ ਜਿਵੇਂ ਜਿਵੇਂ ਅਸੀਂ ਉਹਨੂੰ ਹੋਰ ਰਬ ਕਰਦੇ ਜਾਵਾਂਗੇ ਤਾਂ ਉਹ ਬਿਕਮ ਇੱਕ ਹੋਲਡਰ ਬਣ ਜਾਏਗਾ ਕਿ ਜਿਹੜਾ ਲੈਪ ਹੈ ਉਹ ਇੱਕ ਹੋਲਡਰ ਦਾ ਕੰਮ ਕਰ ਗਿਆ ਔਰ ਜਿਹਦੇ ਨਾਲ ਸਾਡੇ ਕੋਲ ਅਬਰੈਸਿਵ ਜੋ ਗ੍ਰੇਨ ਸੀਗੇ ਉਹ ਸਟਿਕ ਕੀਤੇ ਹੋਏ ਆ। ਔਰ ਇਸੇ ਦੇ ਨਾਲ ਹੀ ਅਸੀਂ ਉਸਨੂੰ ਲਗਾਤਾਰ ਰਬ ਕਰਕੇ ਰਗੜ ਕੇ ਉਹਨੂੰ ਸਮੂਥ ਕਰ ਲੈਂਦੇ ਹਾਂ, ਜਿਹਦੇ ਨਾਲ ਸਾਨੂੰ ਹਾਈ ਐਕੂਰੇਸੀ ਮਿਲ ਜਾਂਦੀ ਹੈ। ਸੋ ਲੈਪਿੰਗ ਦਾ ਯੂਜ਼ ਅਸੀਂ ਉੱਥੇ ਕਰਦੇ ਹਾਂ ਜੀ ਜਿੱਥੇ ਸਾਡੇ ਕੋਲ ਹਾਇਰ ਐਕੂਰੇਸੀ ਚਾਹੀਦੀ ਹੋਵੇ ਡਾਇਮੈਂਸ਼ਨਲ, ਐਂਡ ਸਾਡੇ ਕੋਲ ਇੰਪਰਫੈਕਸ਼ਨ ਬਿਲਕੁਲ ਵੀ ਨਾ ਹੋਵੇ, ਜਿੱਥੇ ਅਸੀਂ ਟਾਈਟ ਫਿਟ ਬਣਾਉਣਾ ਹੈ ਦੋ ਮੇਟਿੰਗ ਪਾਰਟਸ ਦੇ ਵਿੱਚ। ਸੋ ਨੈਕਸਟ ਹੈ ਜੀ ਸਾਡੇ ਕੋਲ ਕੁਝ ਟੈਕਨੀਕਲ ਪੈਰਾਮੀਟਰਸ ਨੇ ਦੈਟ ਇਫੈਕਟਸ ਦ ਲੈਪਿੰਗ ਪ੍ਰੋਸੈਸ, ਜੋ ਲੈਪਿੰਗ ਪ੍ਰੋਸੈਸ ਨੂੰ ਇਫੈਕਟ ਕਰ ਸਕਦੇ ਨੇ। ਤਾਂ ਕਿਹੜੇ ਕਿਹੜੇ ਹੋ ਸਕਦੇ ਆ ਜੀ? ਸਭ ਤੋਂ ਪਹਿਲਾਂ ਯੂਨਿਟ ਪ੍ਰੈਸ਼ਰ। ਇਹਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਅਸੀਂ ਹੱਥਾਂ ਨੂੰ ਰਗੜ ਰਹੇ ਸੀਗੇ, ਜਿਵੇਂ ਅਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੱਥਾਂ ਨੂੰ ਘੱਟ ਰਗੜਿਆ ਤਾਂ ਸਾਡੇ ਕੋਲ
जो अंदर साडे हत्थां दे हीट दा महसूस होना वो घट सी, और जिवें जिवें असीं प्रैशर वधांदे गए तो सानू हीट ज़्यादा फील होने लग गई। सैकेंड पॉइंट है जी दैट इज़ ग्रेन साइज ऑफ एब्रेसिव्स। सो इसी तरह ही ग्रेन साइज जो है एब्रेसिव्स का वो भी साडे कोल रिक्वायरमेंट के अकॉर्डिंग साडी नीड किस तरह की है, असी मटीरियल कितना रिमूव करना है। इत्थे सानू पता है, असी पहला भी पढ़ चुके हैं कि जो साडे कोल ग्रेन साइज हुंदा है वो तकरीबन असी 3 कैटेगरीज दे विच डिवाइड किए हुए ने, फाइन कैटेगरी, मीडियम कैटेगरी एंड कोर्स कैटेगरी। और उत्थे हुण असीं देखते हैं कि साडे कोल कोर्स कैटेगरी के एब्रेसिव पार्टिकल्स नहीं कदे यूज़ होणगे, फाइन कैटेगरी दे ही यूज़ करांगे, क्योंकि इत्थे असीं मटीरियल नूं बहुत ज़्यादा रिमूव नहीं करना, सिर्फ साडा जो मेन कंसनट्रेशन है दैट इज़ कि असीं एक्यूरेसी अचीव करनी है, हायर एक्यूरेसी। नैक्सट इज़ कंसनट्रेशन ऑफ द एब्रेसिव्स इन व्हीकल्स, कि जो असीं एब्रेसिव पार्टिकल्स नूं यूज़ करना है उन्हां वास्ते जो व्हीकल असीं विच फ्लशिंग मटीरियल यूज़ करना है, जो कि असीं डायग्राम दे इन बिटवीन देखिया सी। दोबारा फिर एक बारी देखते हैं कि साडे कोल जो इस डायग्राम दे विच जो नज़र आ रहा है लिक्विड दी फॉर्म दे विच, कि इत्थे कुछ लिक्विड पाया है, दैट इज़ अ व्हीकल, जो कि उस दा एक मटीरियल रिमूविंग दा भी काम करदा है, जिन्हों असीं पहला भी पढ़ चुके हाँ कि असीं कूलेंट के नाम के नाल जानते हाँ कि जिन्नियां साडी जनरल परपसिस मशीनस ने, जिन्नियां साडे कोल कन्वेंशनल मशीनिंग्स ने, उन्हां दे विच जिहड़ा असीं कूलेंट यूज़ करते हैं वो साडे कोल जिन्ना वेयर आउट मटीरियल हुंदा, जिन्ने भी साडे कोल जिन्हों असीं पंजाबी दे विच बाबरी कह दिंदे आ, चिप्स जिहड़ियां रिमूव हुंदियां ने, तां चिप्स नूं रिमूव करन दा काम करदा है, टैंपरेचर नूं डाउन करदा है इन बिटवीन द मेटिंग सरफेसिस। तां उस दी गल कर रहा जी जिहड़ा कंसनट्रेशन ऑफ द एब्रेसिव इन द व्हीकल्स, कि जिहड़ा अपने कोल व्हीकल असीं यूज़ करना है उत्थे जो असीं कटिंग फ्लूइड यूज़ करना है उहदे विच एब्रेसिव पार्टिकल्स की कंसनट्रेशन किस तरह की चाहिए है। नैक्सट है दैट इज़ लैपिंग स्पीड। लैपिंग स्पीड साडी कितनी होनी चाहिए है। हुण इसे दे विच ही असीं एक्सपैरीमेंट दे विच भी देखिया सी, जदों असीं हत्थां नूं रगड़िया सी कि अगर मैं स्पीड वधाई तां मेरे कोल जो हीट है बहुत ज़्यादा हत्थां दे विच प्रोड्यूस हो रही है, अगर मैं स्पीड घट रखूँगा तो मेरे कोल जो हीट है वो बहुत ज़्यादा घट प्रोड्यूस हो रही है। नैक्सट असीं गल करते हैं जी साडे कोल प्रैक्टिकल एप्लीकेशनस कित्थे कित्थे ने जी। ये प्रैक्टिकल एप्लीकेशनस दे विच सब तो पहला आपां गल करते हैं दैट इज़ एरोनॉटिकल्स। एरोनॉटिकल्स सानूं पता है कि स्पेस दे विच जिन्ने भी साडे कंपोनेंट्स यूज़ हुंदे ने अलग अलग रॉकेट्स दे नाल, एरोप्लेन्स दे नाल, ਤਾਂ ਉਹਨਾਂ ਦੇ ਵਿੱਚ ਹਾਇਰ ਐਕੂਰੇਸੀ ਦੀ ਲੋੜ ਪੈਂਦੀ ਹੈ, ਸਰਫੇਸ ਫਿਨਿਸ਼ ਬਹੁਤ ਜ਼ਿਆਦਾ ਹਾਈ ਚਾਹੀਦੀ ਹੈ, ਤਾਂ ਉੱਥੇ ਅਸੀਂ ਲੈਪਿੰਗ ਦਾ ਪ੍ਰੋਸੈਸ ਯੂਜ਼ ਕਰਦੇ ਹਾਂ। ਇਸੇ ਤਰ੍ਹਾਂ ਹੀ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਹੈ ਜਿੱਥੇ ਸਾਨੂੰ ਐਕੂਰੇਸੀ ਬਹੁਤ ਜ਼ਿਆਦਾ ਹਾਈ ਚਾਹੀਦੀ ਹੈ। ਇਸੇ ਤਰ੍ਹਾਂ ਹੀ ਇਲੈਕਟ੍ਰੋਨਿਕਸ ਦੇ ਕੰਪੋਨੈਂਟਸ ਨੇ, ਮੈਰੀਨ ਦੇ ਵਿੱਚ ਹੈ, ਮੈਰੀਨਸ ਦੇ ਵਿੱਚ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਕਿਤੇ ਵੀ ਦੋ ਕੰਪੋਨੈਂਟਸ ਨੂੰ ਆਪਸ ਵਿੱਚ ਮਿਲਾਉਣਾ ਹੈ ਸਾਨੂੰ ਬਿਲਕੁਲ ਪ੍ਰੈਸ਼ਰ ਟਾਈਟ ਫਿਟ ਚਾਹੀਦੀ ਹੁੰਦੀ ਹੈ। ਇਸੇ ਤਰ੍ਹਾਂ ਹੀ ਮੈਟਲਰਜੀਕਲ ਇੰਸਟਰੂਮੈਂਟਸ ਨੇ, ऑप्टिकल इंस्ट्रूमेंट्स ने, रोलिंग बीयरिंग्स ने, टूल डाइज, पंचेस, सरफेस प्लेट, इंजन वाल्स एंड वाल सीट्स ने, इन्हां दे विच सारे ही सारे डिफरेंट जो कैटेगरीज ने सारियां दे विच ही एक हायर एक्यूरेसी, हायर सरफेस फिनिश सानू रिक्वायर्ड हुंदी है। सो असीं देखते हैं कि सानू इन्हां सारे फील्ड्स दे विच लैपिंग दा बहुत लोड़ पैंदी है, तो सारा ही फील्ड्स दे विच इहदा वास्ट यूज़ है।